ਆਦਿ ਦਿੱਲੀ ਵਿਖੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚਦੇ ਆ। ਉੱਥੇ ਜਾ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਉੱਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇਣਗੇ, ਕੀ ਮਹਾਰਾਜ ਜੀ ਬਚਨ ਬਿਲਾਸ ਕਰਕੇ ਸੰਸਾਰ ਦੇ ਜੀਵਾਂ ਨੂੰ ਨਿਹਾਲ ਕਰਨਗੇ, ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਕੀ ਬਚਨ ਕਰਨਗੇ। ਸਮੂਹ ਸੰਗਤ ਮਾਈ ਭਾਈ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਿੱਲੀ ਵੱਲ ਨੂੰ ਰਵਾਨਾ ਹੋ ਜਾਣ ਤੋਂ ਬਾਅਦ ਜਦੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੇ ਆ ਗੁਰੂ ਕੇ ਮਹਿਲਾਂ ਵਿਖੇ, ਤੋਂ ਉਸ ਵੇਲੇ ਮਾਤ ਗੰਗਾ ਜੀ ਨੇ ਜੋ ਮਨ ਦੇ ਵਿੱਚ ਵੈਰਾਗ ਧਾਰਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਹੀ ਧੀਰਜ ਵਾਲੇ ਬਚਨ ਮਾਤਾ ਜੀ ਦੇ ਨਾਲ ਉਸ ਵੇਲੇ ਸਾਂਝੇ ਕੀਤੇ ਹਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤੇ ਕਿ ਮਾਤਾ ਜੀ ਕਿਸੇ ਗੱਲ ਤੋਂ ਤੁਸੀਂ ਕੋਈ ਫਿਕਰ ਨਹੀਂ ਕਰਨਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁਝ ਸਮੇਂ ਬਾਅਦ ਵਾਪਸ ਆ ਜਾਣਗੇ, ਇਹਨਾਂ ਦੇ ਜਾਣ ਦੇ ਨਾਲ ਹੀ ਸਾਰੇ ਕਾਰਜ ਸਿੱਧ ਹੋਣੇ ਆ, ਬਾਦਸ਼ਾਹ ਨੂੰ ਸੱਚਾਈ ਪ੍ਰਗਟ ਹੋਵੇਗੀ, ਫਿਰ ਇਸੇ ਤਰ੍ਹਾਂ ਵਾਪਸ ਆਉਣਗੇ, ਆਨੰਦਮਈ ਮਾਹੌਲ ਬਣੇਗਾ, ਤੁਸੀਂ ਪੋਤਰਿਆਂ ਵਾਲੇ ਬਣ ਕੇ ਬੜੇ ਸੁੱਖ ਪ੍ਰਾਪਤ ਕਰਨੇ ਆ, ਆਨੰਦਮਈ ਮਾਹੌਲ ਬਣ ਜਾਏਗਾ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ, ਮਾਤ ਗੰਗਾ ਜੀ ਦੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ ਹੈ। ਸਨਮਾਨਯੋਗ ਮਾਤਾ ਗੰਗਾ ਜੀ ਸਦਾ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਧਿਆਉਂਦੇ ਨੇ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤ ਗੰਗਾ ਜੀ ਸਦਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਧਿਆਉਂਦੇ ਹਨ। ਇਸੇ ਤਰ੍ਹਾਂ ਇਹ ਜੋ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਵੀ ਕਿਹਾ ਜਾਂਦਾ ਹੈ, ਕਿਉਂਕਿ ਰਹਿਤਨਾਮਿਆਂ ਵਿੱਚ ਲਿਖਿਆ ਹੈ ਕੜਾਹ ਪ੍ਰਸ਼ਾਦ ਕੀ ਬਿਦ ਇਉਂ ਜਾਣੈ, ਤੀਨ ਭਾਵ ਕੋ ਸਮ ਕਰ ਮਾਨੈ। ਇਹ ਤਿੰਨੇ ਪਦਾਰਥ ਇਹਦੇ ਵਿੱਚ ਬਰਾਬਰ ਪਾਏ ਜਾਂਦੇ ਹੈ, ਖੰਡ ਹੈ ਜੋ ਮਿੱਠਾ ਹੈ, ਔਰ ਇਸੇ ਤਰ੍ਹਾਂ ਜੋ ਆਟਾ ਹੈ, ਤੇ ਇਹ ਬਰਾਬਰ ਪਾ ਕੇ ਤੇ 4 ਹਿੱਸੇ ਜਲ ਪਾਇਆ ਜਾਂਦਾ ਹੈ। ਜੋ ਜੋ ਵੀ ਇਹਦੇ ਵਿੱਚ ਵਸਤੂਆਂ ਪਾਈਆਂ ਜਾਂਦੀਆਂ ਨੇ ਇਹ ਪੁਰਾਤਨ ਸ਼ਬਦ ਹੈ, ਇਸ ਨੂੰ ਤਿਹਾਵਲ ਵੀ ਕਿਹਾ ਜਾਂਦਾ ਹੈ। ਤੋ ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਜਦੋਂ ਉਹਨਾਂ ਇਹ ਬਚਨ ਕੀਤੇ ਪਿਆਰ ਵਾਲੇ, ਮਾਤ ਗੰਗਾ ਜੀ ਨੇ ਸ਼ਾਂਤੀ ਪ੍ਰਾਪਤ ਕੀਤੀ ਹੈ ਤੇ ਧੀਰਜ ਧਾਰੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਦਾ ਹੀ ਧਿਆਉਂਦੇ ਆ ਤੇ ਨਾਲ ਹੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਦੀਆਂ ਸੰਗਤਾਂ ਵਿੱਚ ਵਰਤਾਉਂਦੇ ਹਨ। ਇਹ ਗੁਰੂ ਦੇ ਘਰ ਦੀ ਮਰਿਆਦਾ ਹੈ, ਇਹ ਸਦਾ ਹੀ ਇਹ ਮਰਿਆਦਾ ਨਿਭਾਉਂਦੇ ਨੇ ਮਾਤ ਗੰਗਾ ਜੀ
ਤੇ ਸਦਾ ਹੀ ਗੁਰੂ ਦੀਆਂ ਸੰਗਤਾਂ ਨੂੰ ਪ੍ਰਸ਼ਾਦ ਛਕਾਉਂਦੇ ਹਨ। ਸੰਗਤ ਆਵੇ ਸਦਾ ਹਜ਼ਾਰੀ। ਸੰਗਤ ਇੰਨੀ ਆਉਂਦੀ ਹੈ ਕਿ ਕੋਈ ਸੈਂਕੜਿਆਂ ਦੀ ਗਿਣਤੀ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਵੇਂ ਅੱਜ ਵੀ ਬੇਅੰਤ ਸੰਗਤ ਆਉਂਦੀ ਆ। ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਕਈ ਘੰਟਿਆਂ ਬਾਅਦ ਨਮਸਕਾਰ ਕਰਨ ਦਾ ਸਮਾਂ ਮਿਲਦਾ ਹੈ। ਹਜ਼ਾਰਾਂ ਦੀ ਗਿਣਤੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦੀਆਂ ਹਨ। ਸ੍ਰੀ ਹਰਿਮੰਦਰ ਮੈਂ ਪੂਜਾ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਹੁੰਦੀ ਹੈ। ਬਾਸ਼ਤ ਕਾ ਪ੍ਰਾਪਤ ਸਭ ਕੋਏ। ਜੋ ਵੀ ਕੋਈ ਮਾਈ ਭਾਈ ਆਪਣੇ ਮਨ ਵਿੱਚ ਇੱਛਾ ਲੈ ਕੇ ਆਉਂਦਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚੋਂ ਮੂੰਹ ਮੰਗੀ ਮੁਰਾਦ ਪਾ ਕੇ ਜਾਂਦਾ ਹੈ। ਇਸ ਪ੍ਰਕਾਰ ਸਭ ਸਗਲ ਵਿਵਹਾਰ। ਇਸ ਪ੍ਰਕਾਰ ਇਸ ਢੰਗ ਦੇ ਨਾਲ ਇਹ ਸਦਾ ਹੀ ਗੁਰੂ ਘਰ ਵਿੱਚ ਕਾਰ ਸੇਵਾ ਨਾਮ ਸਿਮਰਨ ਦੇ ਸਾਰੇ ਕਾਰਜ ਹੁੰਦੇ ਹਨ। ਸੰਮਤ ਮਾਤ ਚਲੇ ਸਭ ਕਾਰ। ਤੇ ਮਾਤਾ ਜੀ ਦੀ ਰਾਏ ਦੇ ਅਨੁਸਾਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ, ਹੋਰ ਜਿੰਨੇ ਵੀ ਮੁਖੀ ਸਿੱਖ ਆ, ਜਿਵੇਂ ਮਾਤਾ ਜੀ ਬਚਨ ਕਰਦੇ ਆ, ਉਹਨਾਂ ਦੀ ਸਲਾਹ ਦੇ ਅਨੁਸਾਰ ਹੀ ਗੁਰੂ ਘਰ ਦੀ ਮਰਿਆਦਾ ਨਿਭਾਈ ਜਾਂਦੀ ਹੈ। ਹੋਤਾ ਸ਼੍ਰੀ ਗੁਰੂ ਹਰਗੋਬਿੰਦ ਗੁਣ ਗਾਨੀ। ਗੁਣਾਂ ਦੀ ਖਾਣ ਜਿਨ੍ਹਾਂ ਵਿੱਚ ਬੇਅੰਤ ਗੁਣ ਆ, ਉਧਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਅਗਾ ਗਮਨ ਜੈ ਪੁਰ ਪਦ ਪਾਨੀ। ਰਸਤੇ ਦਾ ਪੈਂਡਾ ਤੈਅ ਕਰਦਿਆਂ ਜਿਸ ਅਸਥਾਨ ਨੂੰ ਅੱਜ ਪਾਣੀਪਤ ਸ਼ਹਿਰ ਕਿਹਾ ਜਾਂਦਾ ਹੈ, ਉਸ ਪਾਣੀਪਤ ਸ਼ਹਿਰ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੇਵਕਾਂ ਦੇ ਨਾਲ ਪੁੱਜ ਗਏ ਹਨ। ਭਾਰਤ ਸਵਰ ਦਲੇ ਪੁਰ ਡੇਰਾ। ਫਿਰ ਇਸੇ ਤਰ੍ਹਾਂ ਕਰਦਿਆਂ ਅੱਗੇ ਚਲਦਿਆਂ ਦਿੱਲੀ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਵੇਸ਼ ਕਰ ਗਏ ਹਨ। ਵਜ਼ੀਰ ਸੰਗ ਬੂਝਤ ਭਏ। ਜਿਹੜਾ ਵਜ਼ੀਰ ਖਾਂ ਹੈ ਉਹ ਦਿੱਲੀ ਤੋਂ ਜਿਹੜਾ ਚੱਲ ਕੇ ਆਇਆ ਸੀ ਅੰਮ੍ਰਿਤਸਰ ਸਾਹਿਬ ਤੇ ਸਤਿਗੁਰਾਂ ਦਾ ਸ਼ਰਧਾਲੂ ਪ੍ਰੇਮੀ ਆ, ਮਹਾਰਾਜ ਜੀ ਦੇ ਪਾਸ ਕੁਛ ਪਤਾ ਕਰਨ ਵਾਸਤੇ ਆਇਆ ਹੈ। ਕੌਣ ਸਥਾਨ। ਉਹਨੇ ਆਖਿਆ, ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਸ ਥਾਂ ਤੇ ਡੇਰਾ ਕਰਨਾ ਚਾਹੁੰਦੇ ਹੋ, ਕਿਸ ਥਾਂ ਤੇ ਵਿਸ਼ਰਾਮ ਕਰਨਾ ਚਾਹੁੰਦੇ ਹੋ, ਇਹ ਜਿਵੇਂ ਪਾਤਸ਼ਾਹ ਜੀ ਆਪ ਜੀ ਦੀ ਰਜ਼ਾ ਹੈ। ਡੇਰਾ ਕਰੇ ਜਹਾਂ ਸੁਖ ਠਾਣ। ਜਿਸ ਥਾਂ ਤੇ ਸਾਰੇ ਜੀਵਾਂ ਨੂੰ ਸੁਖ ਪ੍ਰਾਪਤ ਹੋਵੇ, ਮਹਾਰਾਜ ਕਿਰਪਾ ਕਰੋ, ਉੱਥੇ ਆਪ ਜੀ ਡੇਰਾ ਕਰੋ, ਵਿਸ਼ਰਾਮ ਕਰੋ। ਸਰਬ ਰੀਤ ਜਹ ਬਸੇ ਸੁਖਾਰੇ। ਜਿੱਥੇ ਮਰਿਆਦਾ ਦੇ ਪੱਖ ਤੋਂ ਸਾਰੀ ਮਰਿਆਦਾ ਜਿਹੜੀ ਹੈ ਉਹ ਗੁਰਮਤਿ ਅਨੁਸਾਰ ਨਿਭਾਈ ਜਾ ਸਕੇ ਤੇ ਸਾਰੇ ਹੀ ਆਪ ਜੀ ਦਾ ਦਰਸ਼ਨ ਕਰਕੇ ਆਤਮਿਕ ਸੁੱਖਾਂ ਨੂੰ ਪ੍ਰਾਪਤ ਕਰ ਲੈਣ। ਜਿਹੜਾ ਸਮੂਹ ਕਰਨ ਗੁਜ਼ਾਰੇ। ਕਿਉਂਕਿ ਬੇਅੰਤ ਸੰਗਤ ਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਤੇ ਸੰਗਤਾਂ ਦੇ ਸਮੂਹ ਆਪ ਜੀ ਦੇ ਚਰਨ ਪਰਸਣ ਵਾਸਤੇ ਆਉਣਗੀਆਂ। ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਣਗੀਆਂ। ਜਹਾਂ ਸੁਭਾਗਰ ਹੈ ਆਛੀ ਰੀਤ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ, ਠੀਕ ਹੈ ਵਜ਼ੀਰ ਖਾਂ, ਇਸੇ ਤਰ੍ਹਾਂ ਅਸੀਂ ਵੀ ਤੇਰੇ ਕੋਲੋਂ ਇਹੀ ਸਲਾਹ ਪੁੱਛਦੇ ਹਾਂ ਵੀ ਪੜਾਅ ਕਿੱਥੇ ਕੀਤਾ ਜਾਏ, ਸਾਰੀ ਸੰਗਤ ਦਾ ਵਿਸ਼ਰਾਮ ਕਿੱਥੇ ਕਰਵਾਇਆ ਜਾਏ, ਇਹੀ ਅਸੀਂ ਤੇਰੇ ਕੋਲੋਂ ਜਾਣਕਾਰੀ ਲੈਣੀ ਚਾਹੁੰਦੇ ਹਾਂ।
ਜਿੱਥੇ ਸੰਗਤ ਦਰਸ਼ਨ ਕਰਦੀ ਜਾਏ। ਜਿਹੜੇ ਸਾਡੇ ਸੂਰਮੇ ਆ ਉਹ ਵੀ ਚੰਗੀ ਤਰ੍ਹਾਂ ਰਹਿ ਸਕਣ। ਸੰਗਤ ਗਣ ਦਰਚੇ ਜਤ ਪ੍ਰੇਤ, ਤੇ ਪਿਆਰ ਦੇ ਨਾਲ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਦਰਸ਼ਨ ਕਰਦੀ ਰਹੇ। ਇਸ ਢੰਗ ਦੇ ਨਾਲ ਅਸੀਂ ਸੰਗਤ ਵਿੱਚ ਬਰਾਜਣਾ ਚਾਹੁੰਦੇ ਹਾਂ। ਤੋ ਸਾਨੂੰ ਇਹੋ ਜੀ ਥਾਂ ਦੱਸੋ ਕਿੱਥੇ ਪੜਾ ਕੀਤਾ ਜਾਏ। ਸੁਨਤ ਖਾਨ ਕਰ ਜੋਰ ਅਚਾਰੇ, ਤੇ ਵਜ਼ੀਰ ਖਾਂ ਉਹਨੇ ਹੱਥ ਜੋੜੇ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਤੇ ਕੁਝ ਕਹਿਣ ਲੱਗਿਆ ਹੈ। ਮਸਹਰਦੈ ਤੁਮ ਧਿਆਨ ਜੋ ਧਾਰੇ, ਮਹਾਰਾਜ ਜਿਹੜਾ ਵੀ ਤੁਹਾਡੇ ਚਰਨਾਂ ਦਾ ਧਿਆਨ ਧਰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਹਿਰਦੇ ਵਿੱਚ ਤੁਹਾਡਾ ਨਿਵਾਸ ਹੋ ਜਾਂਦਾ ਹੈ। ਜਹ ਸਤ ਸੰਗ ਪ੍ਰਭੂ ਗੁਣ ਗਾਵੇ, ਵਜ਼ੀਰ ਖਾਂ ਸਤਿਗੁਰਾਂ ਦਾ ਇੰਨਾ ਪ੍ਰੇਮੀ ਬਣ ਗਿਆ, ਕਹਿਣ ਲੱਗਾ ਮਹਾਰਾਜ ਜਿਹੜੀ ਸਤ ਸੰਗਤ ਆ ਉਹ ਦਿਨ ਰਾਤ ਸਾਡੇ ਪ੍ਰਭੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੀ ਹੈ। ਕਹਾ ਬਸੋ ਤੁਮ ਕੋ ਬੜਿਆ ਵੇ, ਮਹਾਰਾਜ ਉੱਥੇ ਹੀ ਤੁਹਾਡਾ ਬਣਨਾ ਆਉਂਦਾ ਹੈ ਜਿੱਥੇ ਸੰਗਤ ਬੇਅੰਤ ਤੁਹਾਡੇ ਚਰਨ ਪਰਸੇ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕਰੇ। ਸਿਮਰੈ ਸੰਤ ਰੂਪ ਅਬਨਾਚੀ, ਇਹ ਸੱਚੇ ਪਾਤਸ਼ਾਹ ਤੁਸੀਂ ਕਦੇ ਨਾਸ ਨਾ ਹੋਣ ਵਾਲੇ ਉਸ ਅਬਿਨਾਸੀ ਦਾ ਰੂਪ ਜੇ ਅਕਾਲ ਪੁਰਖ ਪਰਮੇਸ਼ਰ ਦਾ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਜਿਹਦਾ ਸਿਮਰਨ ਕਰਨ ਦੇ ਨਾਲ ਜੀਵਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਵੀ ਸੰਤ ਤੇ ਸਤ ਸੰਗਤ ਸਤਸੰਗੀ ਜੀਵ ਤੁਹਾਨੂੰ ਚੇਤੇ ਕਰਦੇ ਨੇ ਉਹ ਅਬਿਨਾਸੀ ਪ੍ਰਭੂ ਨੂੰ ਪਾ ਲੈਂਦੇ ਹਨ। ਤਿਨ ਕੇ ਆਪ ਬਸਤ ਹੋ ਪਾਸੀ, ਮਹਾਰਾਜ ਉਹਨਾਂ ਸਤਸੰਗੀਆਂ ਦੇ ਵਿੱਚ ਹੀ ਤੁਹਾਡਾ ਨਿਵਾਸ ਹੋ ਜਾਂਦਾ ਹੈ। ਤੁਸੀਂ ਸਦਾ ਹੀ ਉਹਨਾਂ ਦੇ ਪਾਸ ਵਸਦੇ ਹੋ। ਨਗਰ ਸੁਦਾਸਰ ਸ੍ਰੀ ਹਰਿਮੰਦਰ, ਵਜ਼ੀਰ ਖਾਂ ਨੇ ਆਖਿਆ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਥੇ ਵੀ ਮਹਾਰਾਜ ਤੁਹਾਡਾ ਹੀ ਨਿਵਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈ। ਜਿਸ ਦਿਨ ਬਸੋ ਤਿਸੀ ਕੇ ਅੰਦਰ, ਦਿਨ ਤੇ ਰਾਤ ਸਦਾ ਹੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਸਦੇ ਹੋ। ਜਨ ਕੈ ਸਦਾ ਸਤੋ ਗੁਣ ਲਹੋ, ਮਹਾਰਾਜ ਜਿਹੜੀ ਸੰਗਤ ਉੱਥੇ ਦਰਸ਼ਨ ਦੀਦਾਰੇ ਕਰਦੀ ਆ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਗੁਣ ਆ ਜਿਵੇਂ ਇੱਕ ਹੈ ਰਜੋ ਗੁਣ, ਇੱਕ ਹੈ ਤਮੋ ਗੁਣ, ਇੱਕ ਹੈ ਸਤੋ ਗੁਣ। ਤੋ ਦੁਨੀਆ ਦੇ ਜੀਵ ਕੋਈ ਤਾਮਸੀ ਗੁਣ ਪ੍ਰਾਪਤ ਕਰਦਾ ਹੈ, ਤਾਮਸੀ ਹੁੰਦਾ ਹੈ ਲੱਭ ਲੋਭ ਲਾਲਚ ਵਾਲਾ, ਰਜੋ ਵਿੱਚ ਰਹਿਣਾ, ਹੰਕਾਰ ਦੇ ਵਿੱਚ ਆਉਣਾ, ਦੁਨੀਆਦਾਰੀ ਵਿੱਚ ਵਿਚਰਦੇ ਫਿਰਨਾ। ਸਤੋ ਗੁਣੀ ਵੀ ਇਹ ਬੰਦਾ ਬੜਾ ਸਤਵਾਦੀ ਆ, ਸੱਚ ਉੱਤੇ ਪਹਿਰਾ ਦੇਣ ਵਾਲਾ, ਭਾਵੇਂ ਸੀਸ ਵੀ ਕੱਟਿਆ ਜਾਏ ਉਹ ਕਹਿੰਦਾ ਮੈਂ ਝੂਠ ਨਹੀਂ ਬੋਲਾਂਗਾ। ਨਮੋ ਰਾਜਸੰ ਤਾਮਸੰ ਸ਼ਾਂਤ ਰੂਪੇ, हे ਸੱਚੇ ਪਾਤਸ਼ਾਹ ਸਾਡੇ ਜੀਵਾਂ ਦੀ ਤੁਹਾਨੂੰ ਨਮਸਕਾਰ ਆ। ਸਤਿਗੁਰੂ ਜੀ ਤੁਸੀਂ ਇਹਨਾਂ ਸਾਰੇ ਗੁਣਾਂ ਦੇ ਨਾਲੋਂ ਉੱਚੇ ਤੇ ਮਹਾਨ ਜੀ ਦਸ਼ਮੇਸ਼ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ। ਤੋ ਵਜ਼ੀਰ ਖਾਂ ਕਹਿਣ ਲੱਗਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਜਿਹੜੇ ਗੁਣ ਆ ਸਤੋ ਗੁਣ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਤੁਹਾਡਾ ਨਿਵਾਸ ਉਥੋਂ ਧਾਰਨ ਕਰ ਲੈਂਦੀ ਹੈ। ਜਨ ਪ੍ਰੇਮੀ ਕੇ ਗੁਰ ਨਿਰਤ ਰਹੋ, ਜਿਹੜੇ ਵੀ ਤੁਹਾਡੇ ਪ੍ਰੇਮੀ ਗੁਰੂ ਕੇ ਸਿੱਖ ਮਾਈ ਭਾਈ ਆ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਤੁਹਾਡਾ ਨਿਵਾਸ ਹੈ। ਜੋ ਮਾਨੇ ਭਾਣਾ ਕਰਤਾਰ, ਕਿਉਂਕਿ ਉਹ ਰੱਬ ਦੇ ਪਿਆਰੇ ਜੋ ਕੁਝ ਵੀ ਸੰਸਾਰ ਵਿੱਚ ਹੁੰਦਾ ਹੈ
ਉਹਨੂੰ ਰੱਬ ਦਾ ਭਾਣਾ ਸਮਝਦੇ ਆ, ਕਰਤਾਰ ਦਾ, ਵਾਹਿਗੁਰੂ ਅਕਾਲ ਪੁਰਖ ਦਾ, ਖੁਦਾ ਦਾ, ਉਹ ਪਰਮੇਸ਼ਰ ਦਾ ਭਾਣਾ ਮੰਨਦੇ ਹਨ। ਅਰਹੰਤਾ ਜੁਤ ਤਜੀ ਵਿਕਾਰ, ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਇਹ ਜਿਹੜਾ ਤਨ ਹੈ, ਹੇ ਭਾਈ, ਬਿਨ ਸਜਾਣ ਵਾਲੇ ਆ। ਇਸ ਕਰਕੇ ਉਹ ਰੱਬ ਦੇ ਪਿਆਰੇ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਜਿਹੜੇ ਸਤਸੰਗੀ ਜੀਵ ਆ, ਉਹ ਇਹਨਾਂ ਵਿਕਾਰਾਂ ਦਾ ਤਿਆਗ ਕਰ ਦਿੰਦੇ ਹਨ। ਸਰਲ ਸਧੀਰਜ ਔਰ ਕੋ ਹੇਰੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ। ਇਹਨਾਂ ਮਹਾਨ ਗੁਰਸਿੱਖਾਂ ਨੇ ਆਖਿਆ, ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਸੰਗਤ ਨਿਹਾਲ ਹੁੰਦੀ ਹੈ, ਉਹਨਾਂ ਦੀ ਬੁੱਧੀ ਵਿਸ਼ਾਲ ਹੁੰਦੀ ਹੈ। ਕਹਾ ਬਾਸ ਨਿਜ ਕਰੋ ਵਡੇਰੇ, ਮਹਾਰਾਜ ਜਿੱਥੇ ਬੇਅੰਤ ਸੰਗਤਾਂ ਤੁਹਾਡੇ ਦਰਸ਼ ਕਰ ਸਕਣ, ਤੁਹਾਡੇ ਚਰਨ ਪਰਸਰ ਸਕਣ, ਕਿਰਪਾ ਕਰੋ ਮਹਾਰਾਜ, ਤੁਸੀਂ ਉੱਥੇ ਨਿਵਾਸ ਕਰੋ। ਸਤਿਗੁਰ ਸ਼ਬਦ ਸਦੀਪਕ ਜਾਗ, ਜਿਹੜਾ ਸਤਿਗੁਰੂ ਦਾ ਸ਼ਬਦ ਰੂਪ ਦੀਪਕ ਆ, ਉਹ ਜਾਗਿਆ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ। ਸੇਜਾ ਸਿਕਣ ਸੇਵ ਸੁਲਾਗ, ਜਿਨ੍ਹਾਂ ਦੀ ਸੇਜਾ, ਜਿਹੜੇ ਗੁਰੂ ਕੇ ਸਿੱਖਿਆ, ਉਹ ਸਿੱਖਾਂ ਦੀ ਸੇਵਾ ਵਿੱਚ ਜੋ ਲੱਗਾ ਹੈ, ਉੱਥੇ ਆਪ ਜੀ ਦੀ ਸੇਵਾ ਹੈ। ਇਹ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਜ਼ੀਰ ਖਾਨ ਨੇ ਕੀਤੀ ਹੈ। ਸਤਨਾਮ ਸਿਮਰਨ ਲਿਵ ਮਹਾ, ਮਹਾਰਾਜ ਇੱਕ ਉੱਥੇ ਐਸੀ ਥਾਂ ਹੈ ਦਿੱਲੀ ਦੇ ਵਿੱਚ, ਤੇ ਉਸ ਥਾਂ ਤੇ ਸਦਾ ਹੀ ਸਤਨਾਮ ਦੀ ਲਿਵ ਲੱਗੀ ਰਹਿੰਦੀ ਹੈ। ਸਦਾ ਹੀ ਵਾਹਿਗੁਰੂ ਦੇ ਨਾਲ ਲਿਵ ਜੁੜ ਜਾਂਦੀ ਹੈ। ਇਹ ਸੌਰਭ ਤੇਜੁਲ, ਇਹ ਸੌਰਭ ਤੇ ਮਹਿਕਤ ਜਹਾਂ, ਜਿਸ ਥਾਂ ਤੇ ਇਸ ਸੁਗੰਧੀ ਦੇ ਨਾਲ ਜਿੱਥੇ ਮਹਿਕ ਹੋ ਰਹੀ ਹੈ, ਬੜੀ ਖੁਸ਼ਬੂ ਜਿਸ ਥਾਂ ਤੋਂ ਪ੍ਰਾਪਤ ਹੁੰਦੀ ਹੈ। ਪ੍ਰੇਮਾ ਭਗਤ ਸੁਖ ਜਹ ਪਾਉਣ, ਉੱਥੇ ਸਦਾ ਹੀ ਪ੍ਰੇਮਾ ਭਗਤੀ ਚੱਲਦੀ ਹੈ, ਬੜਾ ਸੌਖੇ ਢੰਗ ਦੇ ਨਾਲ, ਕਿਉਂਕਿ ਹਵਾ ਵੀ ਬੜੀ ਪੌਣ ਜਿਹੜੀ ਆ, ਬੜੀ ਠੰਡੀ ਹਵਾ ਵਗਦੀ ਹੈ। ਮਨ ਦੇ ਅੰਦਰ ਵਾਤਾਵਰਨ ਬੜਾ ਸ਼ੁੱਧ ਬਣਦਾ ਹੈ। ਪਾਤਸ਼ਾਹ ਜੀ, ਇਹ ਜਿਹੜਾ ਜਮਨਾ ਨਦੀ ਦਾ ਦਰਿਆ ਹੈ, ਬਿਲਕੁਲ ਇਸ ਦੇ ਕਿਨਾਰੇ ਬਹੁਤ ਵਧੀਆ ਪੌਣ ਪਾਣੀ ਹੈ। ਅਸਰਾ ਨਾਨਕ ਕਰ ਅਸੁਰ ਭਾਵਨ, ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਤੁਸੀਂ ਆਪ ਮਿਹਰ ਕਰੋ ਤੇ ਦਇਆ ਦ੍ਰਿਸ਼ਟੀ ਧਾਰਨ ਕਰਕੇ ਇਹ ਜਿਹੜੀ ਬੜੀ ਰਮਣੀਕ ਥਾਂ ਹੈ, ਇਹ ਥਾਂ ਤੇ ਤੁਸੀਂ ਆਨੰਦ ਦੇ ਨਾਲ, ਜਮਨਾ ਨਦੀ ਦੇ ਕਿਨਾਰੇ ਤੇ ਆ, ਤੇ ਇਸ ਥਾਂ ਤੇ ਬੜੀ ਵਧੀਆ ਸੁੰਦਰ ਮਹਿਕ ਵੀ ਆਉਂਦੀ ਆ, ਹਵਾ ਵਗਦੀ ਹੈ। ਇੱਥੇ ਆਪ ਜੀ ਡੇਰਾ ਕਰੋ। ਇਸ ਪਰਮ ਹੈ ਮਜਨੂ ਅਸਤਾਵਨ, ਫਿਰ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ, ਇਹ ਜਿਹੜਾ ਮਜਨੂ ਦਾ ਟਿੱਲਾ, ਅੱਜ ਉਸ ਨੂੰ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ, ਇਹ ਟਿਕਾਣਾ ਜਮਨਾ ਦੇ ਕਿਨਾਰੇ ਉੱਚੇ ਥਾਂ ਤੇ ਹੈ। ਦਿੱਲੀ ਸ਼ਹਿਰ ਇੱਥੇ ਕੋਈ 3 ਮੀਲ ਤੇ ਹੈ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਥੀ ਜੀਵਾਇਆ ਸੀ। ਅੱਜ ਵੀ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ, ਉੱਥੇ ਇਹ ਇਤਿਹਾਸ ਲਿਖਿਆ ਮਿਲਦਾ ਹੈ। ਤੇ ਲੋਧੀ ਬਾਦਸ਼ਾਹ ਜਿਹੜਾ ਸੀ, ਉਹ ਆ ਕੇ ਮਿਲਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਥੇ ਅਸਥਾਨ ਹੈ, ਔਰ ਛੇਵੇਂ ਗੁਰਾਂ ਦੀ ਯਾਦਗਾਰ ਵਿੱਚ ਸੰਗ ਮਰਮਰ ਦੀਆਂ ਚਰਨ ਪਾਦਕਾਂ ਇੱਥੇ ਮੌਜੂਦ ਹਨ। ਮਜਨੂ ਇੱਕ ਸਤਿਗੁਰਾਂ ਦਾ ਸਿੱਖ ਸੀ, ਜਿਸ ਨੇ ਇੱਥੇ ਬੈਠ ਕੇ ਕਾਲ ਕਮਾਈ ਕੀਤੀ ਆ, ਨਾਮ ਸਿਮਰਨ ਕੀਤਾ। ਉਸ ਦੀ ਉਸ ਥਾਂ ਤੇ ਇੱਕ ਉਹਦਾ ਸਥਾਨ ਵੀ ਬਣਿਆ ਹੈ।
ਮਜਨੂ ਦਾ ਟਿੱਲਾ ਇਸ ਨਾਮ ਤੇ ਪ੍ਰਸਿੱਧ ਹੈ। ਸ੍ਰੀ ਰਾਮ ਰਾਏ ਜੀ ਵੀ ਇੱਥੇ ਕਦੇ ਟਿਕੇ ਸਨ। ਇੱਕ ਉੱਥੇ ਇੱਕ ਛੋਟੀ ਜੀ ਖੂਹੀ ਵੀ ਬਣੀ ਆ। ਸੰਗਤ ਜਦੋਂ ਦਰਸ਼ਨ ਕਰਨ ਵਾਸਤੇ ਜਾਂਦੀ ਆ ਤੇ ਉੱਥੋਂ ਜਲ ਵੀ ਛਕ ਕੇ ਆਉਂਦੀ ਆ। ਤੋ ਇਸ ਵਜ਼ੀਰ ਖਾਨ ਨੇ ਬੇਨਤੀ ਕੀਤੀ ਆ, ਮਹਾਰਾਜ ਇਹ ਜਿਹੜਾ ਮਜਨੂ ਦਾ ਅਸਥਾਨ ਹੈ, ਅਵਲੋਕਨ ਰਮਣੀਕ ਮਹਾਨ, ਵੇਖਣ ਵਾਸਤੇ ਬੜਾ ਹੀ ਸੁੰਦਰ ਤੇ ਰਮਣੀਕ ਤੇ ਬਹੁਤ ਵਧੀਆ ਖੁੱਲਾ ਅਸਥਾਨ ਹੈ। ਬੇਟਕ ਕਹਿਤ ਸੁਣੇ ਮੈਂ ਐਸੇ, ਪਾਤਸ਼ਾਹ ਜੀ ਇਸ ਥਾਂ ਤੇ ਅਸੀਂ ਇਹ ਸੁਣਿਆ ਹੈ, ਇਹ ਇਤਿਹਾਸ ਅੱਜ ਵੀ ਉੱਥੇ ਲਿਖਿਆ ਹੈ ਵੀ ਜਿਹੜੇ ਸਾਡੇ ਤੋਂ ਪਹਿਲਾਂ ਹੋਰ ਵੀ ਗੁਰਮੁਖ ਪਿਆਰੇ ਆ ਇਸ ਥਾਂ ਦੀ ਮਹਾਨਤਾ ਇਹ ਦੱਸਦੇ ਹਨ। ਸ੍ਰੀ ਗੁਰੂ ਨਾਨਕ ਜੀ ਤਿਸ ਥਲ ਬੈਸੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਤੇ ਇਸ ਸਥਾਨ ਤੇ ਜਿਹੜਾ ਮਜਨੂ ਦਾ ਟਿੱਲਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਹੋਏ ਸਨ। ਮਹਾਬਾਸ ਸੁਖ ਸਾਥ ਕਰੀਜੈ, ਵਜ਼ੀਰ ਖਾਨ ਨੇ ਬੇਨਤੀ ਕੀਤੀ, ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਥਾਂ ਤੇ ਮਹਾਰਾਜ ਜੀ ਆਪ ਜੀ ਡੇਰਾ ਲਾਓ, ਇੱਥੇ ਆਪ ਜੀ ਪ੍ਰਵੇਸ਼ ਕਰੋ। ਕਦਮ ਚਲੋ ਦੇਖਣ ਕਰ ਜੀਜੈ, ਸਭ ਤੋਂ ਪਹਿਲਾਂ ਮਹਾਰਾਜ ਕਿਰਪਾ ਕਰੋ ਤੁਸੀਂ ਮੇਰੇ ਨਾਲ ਚਲੋ ਤੇ ਚੰਗੀ ਤਰ੍ਹਾਂ ਇਹ ਜਿਹੜਾ ਅਸਥਾਨ ਹੈ ਇਹਨੂੰ ਮਹਾਰਾਜ ਤੁਸੀਂ ਦੇਖਣਾ ਕਰੋ। ਦਿਲ ਪਸੰਦ ਕਰ ਉਤਰੋ ਫੇਰ, ਜੇ ਤੁਹਾਡੇ ਮਨ ਨੂੰ ਚੰਗਾ ਲੱਗੇ, ਜੇ ਤੁਹਾਡੇ ਦਿਲ ਵਿੱਚ ਪਸੰਦ ਆਵੇ ਤੇ ਮਹਾਰਾਜ ਫਿਰ ਇਸ ਥਾਂ ਤੇ ਤੁਸੀਂ ਵਿਸਰਾਮ ਕਰੋ, ਤਾਂ ਹੀ ਘੋੜੇ ਤੋਂ ਹੇਠਾਂ ਉਤਰੋ। ਨਾਹਿਤ ਅਵਰਤਾਨ ਕੋ ਹੀਰ, ਤੋ ਕਿਰਪਾ ਕਰੋ ਜੇ ਤੁਹਾਨੂੰ ਪਸੰਦ ਆ ਜਾਏਗਾ ਤੇ ਘੋੜੇ ਤੋਂ ਹੇਠਾਂ ਉਤਰ ਆਉਣਾ, ਜੇ ਤੁਹਾਨੂੰ ਨਾ ਠੀਕ ਜਾਪੇ ਫਿਰ ਆਪਾਂ ਹੋਰ ਕੋਈ ਜਗ੍ਹਾ ਦੇਖ ਲਵਾਂਗੇ। ਵਜ਼ੀਰ ਖਾਨ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਹੈ। ਨਮਕ ਹੈ ਖਾਂ ਵਜ਼ੀਰ ਲੈ ਚੱਲਾ, ਇਹ ਬਚਨ ਵਜ਼ੀਰ ਖਾਨ ਨੇ ਸਤਿਗੁਰੂ ਮਹਾਰਾਜ ਜੀ ਨੂੰ ਕੀਤੇ ਤੇ ਪਾਤਸ਼ਾਹ ਨੂੰ ਮਜਨੂ ਦੇ ਟਿੱਲੇ ਵੱਲ ਨੂੰ ਲੈ ਕੇ ਚੱਲ ਪਿਆ ਹੈ। ਜਾਏ ਜਗਾਇਓ ਥਾਨ ਵਿਸਾਲਾ, ਉਹ ਖੁੱਲਾ ਥਾਂ ਖੁੱਲੀ ਜਗ੍ਹਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਿਖਾਉਣ ਲੱਗੇ ਹਨ। ਸ਼੍ਰੀ ਜਮਨਾ ਕੋ ਸੁੰਦਰ ਤੀਰ, ਉਹਦੇ ਨੇੜੇ ਹੀ ਨਾਲ ਜਿਹੜਾ ਜਮਨਾ ਦਾ ਦਰਿਆ ਹੈ ਉਹਦਾ ਕੰਢਾ ਵੀ ਇਸ ਮਜਨੂ ਦੇ ਨੇੜੇ ਹੀ ਪੈਂਦਾ ਹੈ। ਪਾਵਨ ਪਰਮ ਪ੍ਰਵਾਤ ਨੀਰ, ਉਹਦਾ ਜਿਹੜਾ ਜਲ ਹੈ ਬੜਾ ਪਵਿੱਤਰ ਤੇ ਬਹੁਤ ਹੀ ਵਧੀਆ ਨੀਰ ਉਹਦੇ ਵਿੱਚ ਇਹ ਜਲ ਵਗਦਾ ਹੈ। ਜਿਸ ਦੇਖ ਕੇ ਉੜ ਹੋਤ ਆਨੰਦ, ਜਿਸ ਨੂੰ ਦੇਖਦਿਆਂ ਜੀਵਾਂ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ ਹੈ। ਇੱਕ ਸਮਥਲ ਕੁਛ ਉੱਚ ਬੁਲੰਦ, ਆਖਿਆ ਮਹਾਰਾਜ ਇਹ ਜਿਹੜੀ ਅਸਥਾਨ ਹੈ ਬਹੁਤ ਵਧੀਆ ਹੈ, ਕਿਰਪਾ ਕਰੋ ਇਸ ਥਾਂ ਤੇ ਆਪ ਜੀ ਵਿਸਰਾਮ ਕਰੋ। ਕੁਝ ਉਚਾਈ ਉੱਤੇ ਪੱਧਰਾ ਥਾਂ ਹੈ, ਥੋੜਾ ਜਿਹਾ ਉੱਚੇ ਥਾਂ ਤੇ ਆ ਪਰ ਪੱਧਰਾ ਥਾਂ ਹੈ। ਅਵਲੋਕਤ ਮੁਦ ਉਤਰ ਪਏ ਹੈ, ਮਹਾਰਾਜ ਇਸ ਥਾਂ ਤੇ ਸੰਗਤ ਆਉਂਦੀ ਹੈ ਤੇ ਬੇਅੰਤ ਸੰਗਤ ਇਸ ਥਾਂ ਤੇ ਆਣ ਕੇ ਆਪ ਜੀ ਦੇ ਦਰਸ਼ਨ ਕਰੇਗੀ। ਉੱਚੇ ਥਾਂ ਤੇ ਆਣ ਕੇ ਮਹਾਰਾਜ ਜੀ ਆਪ ਘੋੜੇ ਤੋਂ ਹੇਠਾਂ ਉਤਰ ਨਾ ਕਰੋ। ਨਾਕਾ ਘੋੜ ਰੁਕ ਸਿਵਰ ਕਰੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪੱਧਰੇ ਥਾਂ ਨੂੰ ਦੇਖਿਆ ਹੈ। ਇਸ ਥਾਂ ਤੇ ਉਹਨਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ
ਸਿਮਰਨ ਕੀਤਾ ਹੈ। ਤੰਬੂ ਛਮਿਆਨੇ ਗਣ ਤਾਨੇ, ਜਿਹੜੇ ਤੰਬੂ ਸਨ ਲਗਵਾ ਦਿੱਤੇ ਗਏ, ਗੁਰੂ ਸਾਹਿਬ ਜੀ ਨੇ ਉਸ ਸਥਾਨ ਨੂੰ ਚੰਗਾ ਜਾਣਿਆ, ਕਿਉਂਕਿ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਉੱਥੇ ਪਏ ਨੇ, ਇਤਿਹਾਸਕ ਸਥਾਨ ਹੈ। ਫਿਰ ਵਧੀਆ ਵਧੀਆ ਸਮਿਆਨੇ ਜਿਹੜੇ ਆ ਉੱਥੇ ਤਾਣੇ ਗਏ ਹਨ। ਰੇਸ਼ਮ ਢੋਰ ਜੋ ਐਚ ਬਦਾਨੇ, ਜਿਹੜੇ ਨਾਲ ਗੁਰੂ ਕੇ ਸਿੱਖ ਸੇਵਕ ਤੇ ਗੁਰਮੁਖ ਪਿਆਰੇ ਆ, ਰੇਸ਼ਮ ਦੀਆਂ ਡੋਰਾਂ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਬਿਰਾਜਮਾਨ ਹੋਣਾ, ਜਿਹੜੇ ਤੰਬੂ ਵਧੀਆ ਉਹਨਾਂ ਨੂੰ ਖਿੱਚ ਕੇ ਬੰਨ੍ਹ ਦਿੱਤਾ ਗਿਆ ਹੈ। ਹਰੀ ਕਨਾਤ ਕਨਾਤ ਹਰੀ ਕੀ, ਚੰਗੀ ਬਨਾਤ ਦੀ ਕਨਾਤ ਜਿਹੜੀ ਆ ਬਹੁਤ ਵਧੀਆ ਉਹ ਖੜੀ ਕੀਤੀ ਗਈ ਹੈ। ਚਤਰਤ ਕਾਰ ਜਰੀ ਕੀ, ਇੱਕ ਬਹੁਤ ਵਧੀਆ ਜਰੀ ਤੇ ਉਹਦੇ ਵਿੱਚ ਕੁਝ ਖਾਸ ਜਿਹੜੇ ਚਿੱਤਰ ਬਣੇ ਹੋਏ ਆ, ਭਾਵ ਬੜੀ ਸੁੰਦਰ ਸਜਾਵਟ ਵਾਲੀ ਜਿਹੜੀ ਦਰੀ ਕਨਾਤ ਹੈ ਉਹ ਲਗਾ ਦਿੱਤੀ ਗਈ ਹੈ। ਗੁਰ ਕੈ ਚੌਂਦਿਸ ਭੱਟ ਸਮੁਦਾਏ, ਸਤਿਗੁਰੂ ਮਹਾਰਾਜ ਜੀ ਦੇ ਚਾਰੇ ਪਾਸੇ ਜਿਹੜੇ ਬਹਾਦਰ ਸੂਰਮੇ ਆ, ਜਿਨ੍ਹਾਂ ਦੇ ਕੋਲ ਹਥਿਆਰ ਨੇ, ਤਿਆਰ ਪਰ ਤਿਆਰ ਗੁਰੂ ਕੇ ਸਿੰਘ ਸੂਰਮੇ, ਉਹ ਚਾਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੜੇ ਹੋ ਗਏ ਹਨ। ਨਜ ਨਜ ਤੰਬੂ ਤਾ ਲਗਾਏ, ਤੇ ਕੁਝ ਹੋਰ ਜਿਹੜੇ ਸਿੱਖ ਸੇਵਕ ਆ, ਉਹਨਾਂ ਨੇ ਆਪੋ ਆਪਣੀ ਥਾਂ ਜਿੱਥੇ ਜਿੱਥੇ ਵਜ਼ੀਰ ਖਾਨ ਨੇ ਕਿਹਾ, ਉਹਨਾਂ ਨੇ ਸਤਿਗੁਰਾਂ ਦੇ ਨੇੜੇ ਨੇੜੇ ਬਾਕੀ ਸਿੱਖ ਸੇਵਕਾਂ ਨੇ ਵੀ ਆਪਣੇ ਰੈਣ ਬਸੇਰਾ ਕਰਨ ਵਾਸਤੇ ਤੰਬੂ ਲਗਵਾਏ ਹਨ। ਅੰਗਦ ਲਗੇ ਸਰੰਗਨ ਤੇਰੇ, ਤੋ ਇਸੇ ਤਰ੍ਹਾਂ ਇਹ ਪੰਗਤ ਲੱਗਦੀ ਹੈ। ਤੇ ਦੂਸਰੇ ਪਾਸੇ ਜਿਹੜੇ ਘੋੜੇ ਆ, ਘੋੜਿਆਂ ਦਾ ਕਿਸ ਥਾਂ ਤੇ ਤਬੇਲਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਗਿਆ ਹੈ। ਜਹਾਂ ਦ੍ਰਿਸ਼ਟ ਕਰ ਨਿਤ ਗੁਰ ਹੇਰੇ, ਜਿੱਥੇ ਸਤਿਗੁਰੂ ਮਹਾਰਾਜ ਜੀ ਚੰਗੀ ਤਰ੍ਹਾਂ ਦੇਖ ਸਕਣ, ਮਹਾਰਾਜ ਜੀ ਦੀ ਨਿਗਰਾਨੀ ਵਿੱਚ ਰਹਿਣ, ਕਿਸੇ ਦਾ ਵਸਾ ਨਹੀਂ ਖਾਂਦੇ, ਪੂਰੀ ਨਿਗਰਾਨੀ ਰੱਖਦੇ ਆ। ਮਹਾਰਾਜ ਜੀ ਨੇ ਉਸ ਥਾਂ ਤੇ ਘੋੜਿਆਂ ਦੇ ਜਿਹੜਾ ਰਾਤ ਠਹਿਰਨ ਵਾਸਤੇ ਤਬੇਲਾ ਹੈ, ਅੱਖਾਂ ਦੇ ਸਾਹਮਣੇ ਬਣਵਾਇਆ, ਨੇੜੇ ਹੀ ਬਣਵਾਇਆ ਹੈ। ਆਬਾ ਵਜ਼ੀਰ ਖਾਨ ਨਿਕਟਾ ਘਾਰਾ, ਤਦੋਂ ਫਿਰ ਵਜ਼ੀਰ ਖਾਂ ਗੁਰੂ ਸਾਹਿਬ ਜੀ ਦੇ ਪਾਸ ਆਉਂਦਾ ਹੈ। ਕਰੋ ਆਪਣੇ ਸਦਨ ਉਤਾਰਾ, ਮਹਾਰਾਜ ਜੀ ਦੇ ਕੋਲ ਆਣ ਕੇ ਨਮਸਕਾਰ ਕਰਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਕਿ ਐ ਵਜ਼ੀਰ ਖਾਂ, ਤੁਸੀਂ ਹੁਣ ਆਪਣੇ ਘਰ ਜਾ ਸਕਦੇ ਜੇ, ਕਿਉਂਕਿ ਆਪਾਂ ਦਿੱਲੀ ਵਿੱਚ ਆ ਸਕੇ ਆ। ਕਈ ਦਿਨਾਂ ਤੋਂ ਤੁਸੀਂ ਆਪਣੇ ਘਰ ਚੋਂ ਬਾਹਰ ਜੇ, ਤੁਸੀਂ ਆਪਣੇ ਘਰ ਜਾ ਕੇ ਉਤਾਰਾ ਕਰ ਸਕਦੇ ਹੋ। ਜੇ ਅਵਸਰ ਬਣ ਤੋ ਆਜੋ, ਜੇ ਮੌਕਾ ਬਣਿਆ ਤੇ ਫਿਰ ਤੁਸੀਂ ਸਾਡੇ ਕੋਲ ਆਉਣਾ ਹੈ। ਕਰੋ ਜਗਾਵਨ ਆਪਣ ਕਾਜੋ, ਜਿਹੜਾ ਤੁਹਾਡਾ ਆਪਣਾ ਕਾਜ ਹੈ, ਆਪਣਾ ਕੰਮ, ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਾਕਾ ਦੱਸਣਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਿਵੇਂ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ, ਇਹ ਗੱਲ ਬਾਦਸ਼ਾਹ ਦੇ ਕੋਲ ਵੀ ਦੱਸਣੀ ਫਰਜ਼ ਬਣਦਾ ਹੈ। ਇਹ ਤੇਰਾ ਵੀ ਕਾਜ ਹੈ। ਜੇ ਇਹ ਕਾਜ ਅੱਜ ਜਾਂ ਕੱਲ੍ਹ ਜਦੋਂ ਵੀ ਦੱਸਣ ਵਾਸਤੇ ਬਣਦਾ ਹੈ, ਰਹੇ ਤਾਂ ਪਾਤਸ਼ਾਹ ਦੇ ਪਾਸੇ, ਜੇ ਨਹੀਂ ਤਾਂ ਫਿਰ ਜਦੋਂ ਬਾਦਸ਼ਾਹ ਨੂੰ ਮਿਲੇ, ਉਹਨਾਂ ਦੇ ਕੋਲ ਜਾ ਕੇ, ਉਹਨਾਂ ਦੇ ਪਾਸ ਜਾ ਕੇ ਸੁਧ ਹਮਾਰੇ ਕਰ ਦਿਓ ਪ੍ਰਕਾਸ਼ੇ, ਤੇ ਸਾਡੇ ਬਾਰੇ ਜਾ ਕੇ ਦੱਸ ਦੇਣਾ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਦਿੱਲੀ ਦੀ ਧਰਤੀ ਉੱਪਰ ਚੱਲ ਕੇ ਆ ਗਏ ਹਨ। ਹਸ ਕਹੈ ਸਿਰ ਪਾਓ ਬੜ ਮੋਲ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਵਜ਼ੀਰ ਖਾਂ ਦੇ ਨਾਲ ਸਾਂਝੇ ਕੀਤੇ ਆ ਵੀ ਵੇਖ ਅਸੀਂ ਤਾਂ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਆ ਗਏ ਆ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਦੱਸਣਾ ਵਜ਼ੀਰ ਖਾਂ ਇਹ ਤੁਹਾਡਾ ਵੀ ਫਰਜ਼ ਬਣਦਾ। ਠੀਕ ਹੈ ਜੇ ਤੁਸੀਂ ਦੱਸ ਦੇਵੋਗੇ। ਦੂਸਰੀ ਗੱਲ ਇਹ ਆ ਸਾਡੇ ਬਾਰੇ ਵੀ ਖਬਰ ਜਿਹੜੀ ਆ ਉਹ ਬਾਦਸ਼ਾਹ ਨੂੰ ਜਾ ਕੇ ਤੁਸੀਂ ਦੇਣੀ ਆ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਆ ਗਏ ਨੇ। ਇਹ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡੇ ਮੁੱਲ ਵਾਲਾ ਵਧੀਆ ਜਿਹੜਾ ਸਿਰੋਂ ਪਾਓ ਹੈ ਮਹਾਰਾਜ ਜੀ ਨੇ ਉਹ ਸਿਰ ਪਾਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ ਸੰਗਰ ਕਹਿ ਮਿਰਦ ਬੋਲ। ਬੜੇ ਮਿੱਠੇ ਬੋਲ ਬੋਲੇ ਨੇ ਤੇ ਉਹ ਸਿਰੋਂ ਪਾਓ ਬਖਸ਼ਿਸ਼ ਕੀਤਾ ਹੈ। ਕਿੰਚ ਬੇਗੋ ਦੂਸਰ ਦਾਏ। ਦੂਸਰਾ ਜਿਹੜਾ ਕਿੰਚ ਬੇਗ ਆ ਵਜ਼ੀਰ ਖਾਂ ਦੇ ਨਾਲ ਆਇਆ ਇਹ ਵੀ ਸਰਕਾਰੀ ਕਰਮਚਾਰੀ ਹੈ। ਜਿਹੜਾ ਦੂਸਰਾ ਸਿਰ ਪਾਓ ਹੈ ਦੋਨੋਂ ਸਿਰ ਪਰ ਧਰ ਲਏ। ਉਹ ਦੋਨੋਂ ਹੀ ਪ੍ਰਾਪਤ ਕਰ ਲੈ ਤੇ ਸਿਰ ਦੇ ਉੱਪਰ ਰੱਖ ਲਏ ਹਨ। ਠਾਂਡੇ ਹੋਏ ਬੰਦਗੀ ਠਾਂਡੇ। ਖਲੋ ਕੇ ਬੰਦਗੀ ਕੀਤੀ ਹੈ ਭਾਵ ਨਮਸਕਾਰ ਕੀਤੀ ਹੈ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ। ਬੋਲੇ ਬਰਦਲ ਸੋ ਬਿਨਤੀ ਬਾਣੇ। ਉਹਨਾਂ ਨੇ ਬੜੇ ਮਿੱਠੇ ਬੋਲ ਵਜ਼ੀਰ ਖਾਂ ਤੇ ਕਿੰਚ ਬੇਗ ਨੇ ਬੇਨਤੀ ਰੂਪ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕੀਤੇ ਹਨ। ਗੁਰ ਕਰਕੇ ਹਮ ਸਦਾ ਗੁਲਾਮ। ਇਹ ਪਾਤਸ਼ਾਹ ਅਸੀਂ ਗੁਰੂ ਘਰ ਦੇ ਸਦਾ ਹੀ ਗੁਲਾਮ ਹਾਂ। ਅਸੀਂ ਗੁਰੂ ਘਰ ਦੇ ਸਦਾ ਹੀ ਸੇਵਾਦਾਰ ਹਾਂ। ਬਖਸ਼ਿਓ ਤੁਮ ਹਮ ਪਾਸ ਤਮਾਮ। ਇਹ ਪਾਤਸ਼ਾਹ ਜੀ ਬਖਸ਼ਿਆ ਹੋਇਆ ਹੈ ਆਪ ਜੀ ਦਾ ਮਹਾਰਾਜ ਇਹ ਜਿਹੜਾ ਪਵਿੱਤਰ ਨਾਮ ਹੈ ਇਹ ਤੁਸਾਂ ਹੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਅਸੀਂ ਤੇ ਸਦਾ ਹੀ ਤੁਹਾਡੇ ਸੇਵਕ ਹਾਂ। ਮੁਖ ਸਦ ਹੋਏ ਸਦਨ ਕੋ ਗਏ। ਗੁਰੂ ਮਹਾਰਾਜ ਜੀ ਤੋਂ ਵਿਦਾ ਹੋ ਕੇ ਕਿੰਚ ਬੇਗ ਤੇ ਵਜ਼ੀਰ ਖਾਂ ਇਹ ਆਪਣੇ ਘਰਾਂ ਨੂੰ ਚਲੇ ਗਏ ਹਨ। ਸੀਰ ਸਰੂਪ ਸਰਾਹਤ ਭਏ। ਰਸਤੇ ਵਿੱਚ ਜਦੋਂ ਤੁਰੇ ਜਾਂਦੇ ਆ ਤੇ ਬਚਨ ਬਿਲਾਸ ਕਰਦੇ ਨੇ ਆਪਸ ਵਿੱਚ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿੰਨੀ ਨਿਮਰਤਾ ਵਾਲੇ ਆ ਕਿੰਨਾ ਸੁੰਦਰ ਸਰੂਪ ਆ ਔਰ ਕਿੰਨੇ ਬਸਤਰ ਤਨ ਉੱਤੇ ਸਜਾਏ ਹੋਏ ਸੁੰਦਰ ਲੱਗਦੇ ਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਬਚਨ ਬਿਲਾਸ ਕਰਦੇ ਜਾਂਦੇ ਹਨ। ਉਤਰੇ ਪਗ ਕਰ ਨੀਰ ਪੁਕਾਰੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਘੋੜੇ ਤੋਂ ਹੇਠਾਂ ਉਤਰਦੇ ਆ। ਮਹਾਰਾਜ ਜੀ ਜਲ ਪ੍ਰਾਪਤ ਕਰਦੇ ਆ। ਉਸ ਜਲ ਨੂੰ ਮਹਾਰਾਜ ਜੀ ਪ੍ਰਾਪਤ ਕਰਕੇ ਨਿਰਮਲ ਬਸਤਰ ਸਗਲ ਤਨ ਧਾਰੇ। ਉਹਨਾਂ ਨੇ ਆਪਣੇ ਹੱਥ ਪੈਰ ਨਿਰਮਲ ਜਲ ਦੇ ਨਾਲ ਸਾਫ਼ ਕੀਤੇ ਆ। ਫਿਰ ਉਹਨਾਂ ਨੇ ਬਸਤਰ ਬਦਲੇ ਹਨ ਪਵਿੱਤਰ ਬਸਤਰ ਆਪਣੇ ਤਨ ਉੱਤੇ ਸਜਾ ਲਏ। ਆਪਣੇ ਸਰੀਰ ਦੇ ਉੱਤੇ ਗੁਰੂ ਸਾਹਿਬ ਜੀ ਨੇ ਇਹ ਬਸਤਰ ਧਾਰਨ ਕਰ ਲਏ ਹਨ। ਮੈਂ ਦੁਰਗ ਮੈਂ ਮਿਲ ਕਰ ਦਊ। ਤੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਸਨ। ਨਿਹਾਲ ਹੋ ਗਏ ਨੇ ਵਜ਼ੀਰ ਖਾਂ ਤੇ ਕਿੰਚ ਬੇਗ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਨੇ। ਗਏ ਦੁਰਗ ਮੈਂ ਮਿਲ ਕਰ ਦੂ। ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਬਾਅਦ ਇਹ ਦੋਨੋਂ ਜਣੇ ਬਾਦਸ਼ਾਹ ਸੰਗ ਮਿਲ ਬਚੈ ਸੋ। ਜਿਹੜਾ ਦਰੋਗਾ ਖੜਾ ਹੈ ਬਾਦਸ਼ਾਹ ਦੇ ਕਿਲੇ ਦੇ ਸਾਹਮਣੇ ਜਿੱਥੇ ਬਾਦਸ਼ਾਹ ਦਾ ਦਿੱਲੀ ਵਿੱਚ ਨਿਵਾਸ
ਜਿੱਥੇ ਉਹਦੀ ਰਿਹਾਇਸ਼ ਆ, ਉਸ ਦਰੋਗੇ ਦੇ ਕੋਲ ਗਏ ਆ। ਉਸ ਦਰੋਗੇ ਨੂੰ ਜਾ ਕੇ ਲਿਖਾਉਂਦੇ ਆ ਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਦਿੱਲੀ ਵਿਖੇ ਪਹੁੰਚ ਗਏ ਆ। ਇਹ ਦੋਵੇਂ ਹੀ ਜਾ ਕੇ ਜਿਹੜਾ ਦਰੋਗਾ ਹੈ ਉਸ ਦਰੋਗੇ ਨੂੰ ਜਾ ਕੇ ਦੱਸ ਦਿੰਦੇ ਹਨ। ਦੋਹਰਾ ਪਾਇਓ ਅਵਸਰ ਮਿਲਨ ਕੋ ਗਮਣੀ ਹਜ਼ਰਤ ਪਾਸ। ਸੋ ਗੁਰੂ ਕੀ ਸੰਗਤ ਇਹਨਾਂ ਦੋਵਾਂ ਨੇ ਜਾ ਕੇ ਬਾਦਸ਼ਾਹ ਦੇ ਦਰੋਗੇ ਨੂੰ ਲਿਖਾ ਦਿੱਤਾ। ਉਹਦੇ ਕੋਲੋਂ ਸਮਾਂ ਲੈਣ ਲੱਗੇ ਆ ਕਿ ਵੇਖੋ ਬਾਦਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਪਹੁੰਚ ਗਏ ਆ। ਹੁਣ ਸਮਾਂ ਜਿਹੜਾ ਤੁਸੀਂ ਉਹਨਾਂ ਨੂੰ ਦੇਣਾ ਵੀ ਕਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ, ਉਹਨਾਂ ਦੇ ਚਰਨ ਪਰਸਣੇ ਆ। ਸੋ ਬਾਦਸ਼ਾਹ ਕਿਵੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇਹ ਜੋ ਮਜਨੂ ਦਾ ਟਿੱਲਾ ਹੈ ਇੱਧਰ ਆਉਣ ਵਾਸਤੇ ਵਜ਼ੀਰ ਖਾਂ ਤੇ ਕਿੰਚ ਬੇਗ ਫਿਰ ਅਗਲੇ ਦਿਨ ਗੁਰੂ ਮਹਾਰਾਜ ਜੀ ਦੇ ਪਾਸ ਆਉਣਗੇ। ਇੱਥੇ ਮਹਾਰਾਜ ਜੀ ਟਿੱਲੇ ਵਾਲੇ ਇੱਕ ਸੰਤ ਜਿਹੜੇ ਮਹਾਂਪੁਰਸ਼ ਉੱਥੇ ਸੇਵਾ ਕਰਦੇ ਆ, ਉਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਸਥਾਨ ਉੱਤੇ ਜਿੱਥੇ ਉਹਨਾਂ ਨੇ ਚਰਨ ਪਾਏ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੋਈ ਉਪਦੇਸ਼ ਦੇਣਾ ਹੈ। ਕੀ ਉਪਦੇਸ਼, ਕੀ ਬਖਸ਼ਿਸ਼ਾਂ ਕਰਦੇ ਆ, ਇਹ ਕੱਲ੍ਹ ਸ਼ਾਮ ਦੇ ਦੀਵਾਨ ਦੇ ਅੰਦਰ ਅਗਲਾ ਪ੍ਰਸੰਗ ਵਿਚਾਰਿਆ ਜਾਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਜਨੂ ਦਾ ਟਿੱਲਾ ਜੋ ਅੱਜ ਵੀ ਦਿੱਲੀ ਵਿਖੇ ਗੁਰਦੁਆਰਾ ਸਾਹਿਬ ਆ, ਉਸ ਸਥਾਨ ਉੱਤੇ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋ ਗਏ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਮੂਹ